ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ ਮਾਈ ਚੈਨਲ ਪੰਜਾਬ ਟੂ ਪੋਰਟੁਗਲ। ਵਾਹਿਗੁਰੂ ਜੀ ਦੀ ਮਿਹਰ ਨਾਲ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ। ਜਿੱਦਾਂ ਕਿ ਆਪਾਂ ਪਹਿਲੀ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀਗਾ ਕਿ ਤੁਹਾਨੂੰ ਪੁਰਤਗਾਲ ਆਉਣ ਦੇ ਲਈ ਆ ਜਿਹੜੇ ਉਹ ਕਿਹੜੇ ਡਾਕੂਮੈਂਟਸ ਆ ਉਹ ਤੁਹਾਨੂੰ ਚਾਹੀਦੇ ਆ, ਕਿਹੜੇ ਹੈਗੇ ਆ ਪੇਪਰ ਜਿਹੜੇ ਤੁਸੀਂ ਐਮਬੈਸੀ ਸਬਮਿਟ ਕਰਨੇ ਆ। ਐਮਬੈਸੀਆਂ ਦੱਸੀਆਂ ਸੀ ਤੁਹਾਨੂੰ, ਇੱਕ ਇੰਡੀਆ ਦੇ ਵਿੱਚ ਹੈਗੀਆਂ ਆ, ਇੱਕ ਨਿਊ ਦਿੱਲੀ ਦੇ ਵਿੱਚ ਆ ਅਤੇ ਇੱਕ ਗੋਆ ਦੇ ਵਿੱਚ ਆ। ਉਹ ਤਾਂ ਸਾਰਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਆ ਜਿਹੜਾ ਉਹ ਡਿਸਕਸ ਕਰ ਲਿਆ। ਹੁਣ ਅਗਲਾ ਆ ਕਿ ਜਦੋਂ ਆਪਾਂ ਪੁਰਤਗਾਲ ਦੇ ਵਿੱਚ ਆ ਜਾਂਦੇ ਆ, ਐਂਟਰ ਹੋ ਜਾਂਦੇ ਆ, ਅਤੇ ਉਦੋਂ ਤਾਂ ਤੁਹਾਨੂੰ ਕਿਹੜੇ ਡਾਕੂਮੈਂਟਸ ਚਾਹੀਦੇ ਆ ਜਦੋਂ ਤੋਂ ਤੁਸੀਂ ਪੁਰਤਗਾਲ ਆ ਗਏ ਆ ਅਤੇ ਜਦੋਂ ਤੋਂ ਤੁਹਾਨੂੰ ਰੈਜ਼ੀਡੈਂਸੀ ਜਦ ਤੱਕ ਮਿਲਣੀ ਆ ਉਦੋਂ ਤੱਕ ਕਿਹੜਾ ਪ੍ਰੋਸੀਜਰ ਆ, ਕਿਹੜਾ ਡਾਕੂਮੈਂਟ ਆ, ਉਹ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਆ ਬੋਰਡਿੰਗ ਪਾਸ। ਬੋਰਡਿੰਗ ਪਾਸ ਆ ਜਿਹੜਾ ਤੁਹਾਨੂੰ ਇੰਡੀਆ ਤੋਂ ਮਿਲਦਾ ਆ, ਜਾਂ ਤੁਸੀਂ ਕਿਤੇ ਸਟੇ ਕਰਦੇ ਆ, ਤੁਸੀਂ 1-2 ਦਿਨ ਰੁਕ ਕੇ ਆਉਂਦੇ ਆ, ਉਹ ਬੋਰਡਿੰਗ ਪਾਸ ਤੁਹਾਡੇ ਕੋਲ ਬੋਰਡਿੰਗ ਪਾਸ ਆ ਉਹ ਪੇਪਰ ਵਾਲਾ ਹੋਣਾ ਜ਼ਰੂਰੀ ਆ। ਉਸ ਤੋਂ ਬਾਅਦ 'ਚ ਆ ਜਾਂਦੀ ਆ ਲੀਗਲ ਐਂਟਰੀ। ਲੀਗਲ ਐਂਟਰੀ ਕੀ ਹੁੰਦੀ ਆ? ਜਦੋਂ ਤੁਸੀਂ ਪੁਰਤਗਾਲ ਦੇ ਵਿੱਚ ਆ ਜਾਂਦੇ ਆ, ਤੁਸੀਂ ਏਅਰਪੋਰਟ ਤੋਂ ਬਾਹਰ ਹੁੰਦੇ ਆ, ਤਾਂ ਉਦੋਂ ਤੁਹਾਨੂੰ ਕਿਸੇ ਹੋਟਲ ਜਾਂ ਫਿਰ ਹੋਸਟਲ ਦੇ ਵਿੱਚ ਜਾ ਕੇ ਤੁਹਾਨੂੰ ਲੀਗਲ ਐਂਟਰੀ ਕਰਵਾਉਣੀ ਪੈਂਦੀ ਆ। ਉਹਦੇ ਲਈ ਲਿਸਬਨ ਬਹੁਤ ਜ਼ਿਆਦਾ ਹੈ, ਆਪਣੇ ਪੰਜਾਬੀ ਆ, ਨੇਪਾਲੀ ਆ ਜਿਨ੍ਹਾਂ ਨੇ ਇਹ ਹੋਟਲ ਜਾਂ ਹੋਸਟਲ ਖੋਲ੍ਹੇ ਹੋਏ ਆ। ਉੱਥੇ ਤੁਸੀਂ ਪਹਿਲਾਂ ਹੀ ਰਿਸੈਪਸ਼ਨ 'ਤੇ ਉਹਨਾਂ ਦੇ ਨਾਲ ਕਲੀਅਰ ਕਰਨਾ ਆ ਕਿ ਅਸੀਂ ਲੀਗਲ ਐਂਟਰੀ ਕਰਵਾਉਣੀ ਆ, ਲੀਗਲ ਐਂਟਰੀ ਦਾ ਪੇਪਰ ਲੈਣਾ ਆ। ਤੁਸੀਂ ਇੱਕ ਰਾਤ ਉੱਥੇ ਰਹਿ ਸਕਦੇ ਆ, ਉਹਦੇ ਲਈ ਤੁਹਾਨੂੰ 60-70 ਯੂਰੋ ਪੇ ਕਰਨੇ ਪੈਂਦੇ ਆ। 60-70 ਤੋਂ ਘੱਟ ਹੀ ਨੇ, ਇੰਨੇ ਕੁ ਤੁਹਾਨੂੰ ਜਿਹੜੇ ਪੈਸੇ ਆ ਉਹ ਪੇ ਕਰਨੇ ਪੈਂਦੇ ਆ। ਹੁਣ ਆਪਾਂ ਗੱਲ ਕਰੀਏ ਫਾਈਨਾਂਸ ਦੀ। ਫਾਈਨਾਂਸ ਕੀ ਹੁੰਦਾ? ਫਾਈਨਾਂਸ ਹੁੰਦਾ ਜਿਸ ਦੇ ਉੱਤੇ ਤੁਹਾਡੇ ਬਾਕੀ ਸਾਰੇ ਡਾਕੂਮੈਂਟਸ ਆ ਜਿਹੜੇ ਡਿਪੈਂਡ ਹੁੰਦੇ ਆ। ਫਾਈਨਾਂਸ ਆ ਉਹ ਫਾਈਨਾਂਸ ਆਫਿਸ ਵਿੱਚ ਜਾ ਕੇ ਬਣਦਾ ਆ, ਜਾਂ ਹੁਣ ਗੌਰਮੈਂਟ ਨੇ ਕੀ ਕਰ ਦਿੱਤਾ ਆ, ਉਹ ਤੁਸੀਂ ਔਨਲਾਈਨ ਵੀ ਬਣਵਾ ਸਕਦੇ ਆ। ਉਹਦੀ ਕੋਈ ਵੀ ਫੀਸ ਨਹੀਂ ਹੈਗੀ, ਔਨਲਾਈਨ ਬਣਾ ਲਓ ਜਾਂ ਉੱਥੇ ਜਾ ਕੇ। ਉਹਦੇ ਲਈ ਤੁਹਾਨੂੰ ਕੀ ਚਾਹੀਦਾ ਆ? ਤੁਹਾਨੂੰ ਤੁਹਾਡਾ ਪਾਸਪੋਰਟ, ਦੂਸਰੇ ਨੰਬਰ 'ਤੇ ਤੁਹਾਡੇ ਨਾਲ ਉਹ ਬੰਦਾ ਹੋਣਾ ਚਾਹੀਦਾ ਆ ਜਿਹਦੇ ਕੋਲ ਰੈਜ਼ੀਡੈਂਸੀ ਆ ਜਾਂ ਫਿਰ ਪਾਸਪੋਰਟ ਆ, ਉਹਦੀ ਗਵਾਹੀ ਪੈਣੀ ਆ ਅਤੇ ਉਹਦਾ ਹੀ ਐਡਰੈਸ ਤੁਹਾਡੇ ਫਾਈਨਾਂਸ ਦੇ ਉੱਤੇ ਚੜ੍ਹਨਾ ਆ। ਜੇ ਔਨਲਾਈਨ ਕਰਦੇ ਆ, ਔਨਲਾਈਨ ਵੀ ਸੇਮ ਪ੍ਰੋਸੀਜਰ ਆ, ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਬਣ ਕੇ ਉਸੇ ਟਾਈਮ ਆ ਜਾਂਦਾ ਆ। ਜੇ ਤੁਸੀਂ ਜਾ ਕੇ ਬਣਵਾਓਗੇ ਤਾਂ ਤੁਹਾਨੂੰ ਉਸੇ ਟਾਈਮ ਉਹਨਾਂ ਨੇ ਕੱਢ ਕੇ ਫਾਈਨਾਂਸ ਦੇ ਦੇਣਾ ਆ। ਉਸ ਤੋਂ ਬਾਅਦ 'ਚ ਹੈਗਾ ਆ ਸੋਸ਼ਲ ਸਿਕਿਉਰਿਟੀ ਨੰਬਰ, ਜਿਹਨੂੰ ਆਪਾਂ ਟੈਕਸ ਨੰਬਰ ਕਹਿ ਲੈਂਦੇ ਆ। ਇਹ ਬਣਨਾ ਆ ਸੋਸ਼ਲ ਸਿਕਿਉਰਿਟੀ ਆਫਿਸ ਤੋਂ। ਪਹਿਲਾਂ ਕੀ ਸੀਗਾ, ਪਹਿਲਾਂ ਜਿਹੜੇ ਵਕੀਲ ਸੀਗੇ ਉਹ ਤੁਹਾਡੇ ਤੋਂ ਪੈਸੇ ਲੈ ਲੈਂਦੇ ਸੀਗੇ ਅਤੇ ਤੁਹਾਨੂੰ ਸੋਸ਼ਲ ਸਿਕਿਉਰਿਟੀ ਨੰਬਰ ਬਣਾ ਕੇ ਦੇ ਦਿੰਦੇ ਸੀਗੇ। ਬਟ ਹੁਣ ਕੀ ਆ, ਹੁਣ ਤੁਹਾਨੂੰ ਸੋਸ਼ਲ ਸਿਕਿਉਰਿਟੀ ਨੰਬਰ ਬਣਾਉਣ ਦੇ ਲਈ ਤੁਹਾਨੂੰ ਕੰਟਰੈਕਟ ਦੀ ਲੋੜ ਪੈਣੀ ਆ। ਕੰਟਰੈਕਟ ਕਿਹੜਾ? ਵਰਕ ਕੰਟਰੈਕਟ। ਵਰਕ ਕੰਟਰੈਕਟ ਤੁਹਾਨੂੰ ਚਾਹੀਦਾ ਆ। ਉਹ ਲੱਗੂਗਾ ਮਾਲਕ ਦਾ, ਜਿਹੜੇ ਮਾਲਕ ਦੇ ਕੰਮ ਕਰਦੇ ਆ ਉਹੀ ਤੁਹਾਨੂੰ ਵਰਕ ਕੰਟਰੈਕਟ ਦਊਗਾ। ਉਹ ਸਾਰੇ ਪੇਪਰ ਸੋਸ਼ਲ ਸਿਕਿਉਰਿਟੀ ਨੰਬਰ ਦੇ ਨਾਲ ਕੀ ਲੱਗਣਾ? ਤੁਹਾਡਾ ਪਾਸਪੋਰਟ, ਤੁਹਾਡੀ ਲੀਗਲ ਐਂਟਰੀ, ਤੁਹਾਡਾ ਫਾਈਨਾਂਸ, ਸਾਰਾ ਕੁਝ ਬਣ ਗਿਆ ਆ, ਤੁਹਾਡੇ ਕੋਲ ਹੈਗਾ ਆ, ਨਾਲ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਆ ਜਿਹੜਾ ਉਹ ਬਣ ਜਾਣਾ। ਤੁਸੀਂ ਜਾਵੋ ਉਸੇ ਟਾਈਮ ਹੀ ਤੁਹਾਨੂੰ ਬਣਾ ਕੇ ਦੇ ਦਿੰਦੇ ਆ, ਜਾਂ ਤੁਹਾਨੂੰ ਬਾਅਦ ਵਿੱਚ ਪੋਸਟ ਕਰ ਦਿੰਦੇ ਆ। ਉਹਦੇ ਲਈ ਸਿਰਫ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਆ? ਕੰਟਰੈਕਟ। ਸੋਸ਼ਲ ਸਿਕਿਉਰਿਟੀ ਨੰਬਰ ਤੋਂ ਬਾਅਦ 'ਚ ਆਉਂਦਾ ਆ ਜੂਨਤਾ। ਜੂਨਤਾ ਕੀ ਆ? ਐਡਰੈਸ ਪ੍ਰੂਫ ਆ ਤੁਹਾਡਾ, ਕਿੱਥੇ ਤੁਸੀਂ ਰਹਿੰਦੇ ਪਏ ਆ। ਉਹ ਕਿੱਦਾਂ ਬਣਨਾ ਹੈਗਾ ਆ? ਤੁਹਾਡੇ ਉਹਦੇ ਵਿੱਚ ਕਿਹੜਾ ਡਾਕੂਮੈਂਟ ਲੱਗਣਾ ਆ? ਤੁਹਾਡਾ ਪਾਸਪੋਰਟ ਐਂਡ ਤੁਹਾਡਾ ਜੂਨਤੇ ਦਾ ਪੇਪਰ ਜਿਹੜਾ ਤੁਹਾਨੂੰ ਜੂਨਤੇ ਵਾਲਿਆਂ ਨੇ ਦੇਣਾ ਆ, ਉਹ ਪਹਿਲਾਂ ਜਾ ਕੇ ਲੈ ਆਵੋ ਅਤੇ ਉਹਦੇ ਉੱਤੇ ਤੁਹਾਡੀਆਂ 2 ਜਣਿਆਂ ਦੀਆਂ ਮੋਹਰਾਂ ਲੱਗਣੀਆਂ ਆ, ਸਟੈਂਪ ਲੱਗਣੀ ਆ, ਜਾਂ ਫਿਰ ਉਹਦੇ ਉੱਤੇ ਸਾਈਨ ਹੋਣੇ ਆ। ਸਟੈਂਪ ਕਿਹਦੀ ਲੱਗਣੀ ਆ? ਜੇ ਤੁਹਾਡੇ ਕੋਲ ਕੋਈ ਤੁਹਾਨੂੰ ਜਾਣਦਾ ਆ ਅਤੇ ਉਹਦੇ ਕੋਲ ਸ਼ੌਪ ਹੈਗੀ ਆ, ਕੋਈ ਸਟੋਰ ਆ ਉਹਦਾ, ਕੁਛ ਵੀ ਆ, ਉਹਦੇ ਸਟੋਰ ਦੀਆਂ ਸਟੈਂਪ ਲੱਗ ਜਾਣੀਆਂ। 1-2 ਜਣੇ ਚਾਹੀਦੇ ਆ ਉਹਦੇ ਲਈ। ਜੇ 2 ਜਣੇ ਹੈਗੇ ਆ ਸਟੋਰ ਵਾਲੇ, ਉਹ ਕਰਾ ਲਓ। ਜੇ ਸਟੋਰ ਵਾਲੇ ਨਹੀਂ ਹੈਗੇ ਤੁਹਾਡੇ ਕੋਲ, ਇੱਕ ਵਾਲਾ ਸਟੋਰ ਵਾਲਾ ਹੈਗਾ, ਇੱਕ ਦੀ ਸਟੈਂਪ ਲਵਾ ਲਓ। ਇੱਕ ਤੁਹਾਨੂੰ ਨੈਸ਼ਨੈਲਿਟੀ ਵਾਲਾ ਬੰਦਾ ਚਾਹੀਦਾ ਆ। ਉਹਦੇ ਵਿੱਚ ਕੀ ਆ? ਉਹਦਾ ਵੋਟ ਨੰਬਰ ਹੁੰਦਾ ਆ, ਉਹ ਵੋਟ ਨੰਬਰ ਪੈਣਾ ਆ। ਉਹ ਵੋਟ ਨੰਬਰ ਪੈ ਕੇ ਤੁਸੀਂ ਚਲੇ ਜਾਓ ਅਤੇ ਤੁਹਾਡਾ ਜੂਨਤਾ ਬਣ ਜਾਂਦਾ ਆ। ਜੂਨਤਾ ਕਿੱਦਾਂ? ਉਸੇ ਟਾਈਮ ਮਿਲ ਜਾਂਦਾ ਆ। 7 ਤੋਂ 8 ਯੂਰੋ ਲੱਗਦੇ ਆ, ਐਮਰਜੈਂਸੀ ਆ, ਉਹਨਾਂ ਨੇ ਐਟ ਏ ਟਾਈਮ ਦੇ ਦੇਣਾ। ਨਹੀਂ, ਅਗਲੇ ਇੱਕ ਦਿਨ ਛੱਡ ਕੇ ਮਿਲ ਜਾਂਦਾ ਆ, ਉਹਦੇ ਲਈ 3-4 ਯੂਰੋ ਲੱਗਦੇ ਆ, ਇੰਨੇ ਕੁ ਪੈਸੇ ਲੱਗਦੇ ਆ। ਉਹ ਤੁਹਾਨੂੰ
ਇੱਕ ਦਿਨ ਰੁਕ ਕੇ ਤੁਹਾਨੂੰ ਜੂਨਤਾ ਜਾ ਕੇ ਉੱਥੋਂ ਲੈਣਾ ਪੈਂਦਾ ਹੈ। ਉਹਦੇ ਲਈ ਸਿਰਫ ਤੁਹਾਨੂੰ ਪਾਸਪੋਰਟ ਚਾਹੀਦਾ ਆ, ਕੋਈ ਹੋਰ ਡਾਕੂਮੈਂਟ ਨਹੀਂ ਚਾਹੀਦਾ ਹੈਗਾ, ਕੁਛ ਨਹੀਂ ਚਾਹੀਦਾ ਹੈਗਾ। ਸਿਰਫ ਤੁਹਾਨੂੰ ਪਾਸਪੋਰਟ ਦੇ ਨਾਲ ਲੈ ਕੇ ਜਾਣਾ ਆ, ਉਹਨਾਂ ਨੇ ਉਹੀ ਚੈੱਕ ਕਰਨਾ ਆ। ਅਤੇ ਐਡਰੈਸ ਤੁਸੀਂ ਦੇਖ ਕੇ ਪਾਉਣਾ ਆ ਜਿੱਥੇ ਤੁਸੀਂ ਰਹਿਣਾ ਆ, ਕਿਉਂਕਿ ਲੈਟਰਸ ਬਾਅਦ 'ਚ ਆਉਂਦੀਆਂ। ਇੱਥੇ ਪੁਰਤਗਾਲ ਦੇ ਵਿੱਚ ਲੋਕੀ ਆ ਜਿਹੜੇ ਉਹ ਲੈਟਰਸ ਨਹੀਂ ਦਿੰਦੇ ਹੈਗੇ ਬਾਅਦ ਵਿੱਚ, ਅਤੇ ਉਹ ਤੁਹਾਨੂੰ ਉੱਥੇ ਦਾ ਹੀ ਤੁਸੀਂ ਐਡਰੈਸ ਪਾਉਣਾ ਆ ਜਿੱਥੇ ਤੁਸੀਂ ਰਹਿ ਰਹੇ ਆ, ਜਿੱਥੇ ਤੁਸੀਂ ਪਰਮਾਨੈਂਟ ਰਹਿਣਾ ਆ ਉਹਦਾ ਪਾਉਣਾ ਆ। ਜੂਨਤੇ ਤੋਂ ਬਾਅਦ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਆ, ਤੁਹਾਡੇ ਕੋਲ PCC ਹੋਣੀ ਚਾਹੀਦੀ ਆ। PCC 2 ਤਰ੍ਹਾਂ ਬਣ ਜਾਂਦੀ ਆ, ਇੱਕ ਬਣ ਜਾਂਦੀ ਆ ਇੰਡੀਆ ਤੋਂ ਅਤੇ ਇੱਕ ਇੱਥੋਂ ਇੰਡੀਅਨ ਅੰਬੈਸੀ ਤੋਂ ਬਣ ਜਾਂਦੀ ਆ। ਜਿਹੜੀ ਇੰਡੀਆ ਤੋਂ ਬਣਦੀ ਆ ਉਹਦੇ ਉੱਤੇ ਕੀ ਚਾਹੀਦਾ ਤੁਹਾਨੂੰ, ਪਟਿਆਲਾ ਹਾਊਸ ਦੀ ਸਟੈਂਪ ਚਾਹੀਦੀ ਆ। ਉਹ ਤੁਸੀਂ ਤੁਹਾਡਾ ਸਾਰਾ ਕੁਝ ਉੱਥੇ ਜਿਹੜੇ ਵੀ ਡਾਕੂਮੈਂਟਸ ਹੈਗੇ ਆ ਇੰਡੀਆ ਦੀ, ਉਹ ਫੋਰਮੈਲਿਟੀਜ਼ ਪੂਰੀਆਂ ਕਰਨੀਆਂ ਪੈਂਦੀਆਂ ਆ, ਲਾਈਕ ਆ ਬਰਥ ਸਰਟੀਫਿਕੇਟ, NOC, ਸਭ ਕੁਛ ਇਹ ਪੂਰਾ ਕੰਪਲੀਟ ਕਰਨਾ ਪੈਂਦਾ। ਉਸ ਤੋਂ ਬਾਅਦ ਜੇ ਤੁਸੀਂ ਇੱਥੋਂ ਬਣਵਾਉਂਦੇ ਆ, ਇੱਥੇ ਆਪਣਾ ਜਾ ਕੇ ਤੁਸੀਂ ਫਾਰਮ ਫਿਲ ਕਰਕੇ ਆਪਣਾ ਪਾਸਪੋਰਟ ਦੇ ਕੇ, ਅਤੇ ਉਹ ਤੁਹਾਡੀ PCC ਆ ਇੱਥੇ ਇੰਡੀਅਨ ਅੰਬੈਸੀ ਦੇ ਵਿੱਚ ਬਣ ਜਾਂਦੀ ਆ। ਥੋੜ੍ਹੇ ਦਿਨਾਂ ਬਾਅਦ ਉਹ ਤੁਹਾਨੂੰ ਤਰੀਕ ਦੇ ਦਿੰਦੇ ਆ, ਜਾਂ ਤੁਹਾਡੇ ਤੁਸੀਂ ਪੋਸਟ 'ਤੇ ਮੰਗਵਾਉਣੀ ਆ, ਕਿੱਦਾਂ ਕਰਨੀ ਆ ਉਹ ਤੁਹਾਨੂੰ ਪੁੱਛ ਲੈਂਦੇ ਆ। ਇੱਥੋਂ ਵੀ ਬਣ ਜਾਂਦੀ ਆ। ਤੁਹਾਡੇ ਕੋਲ 2 ਆਪਸ਼ਨ ਆ, ਤੁਸੀਂ ਇੰਡੀਆ ਤੋਂ ਬਣਵਾਉਣੀ ਆ ਜਾਂ ਉਸ ਤੋਂ ਬਾਅਦ 'ਚ ਆਉਂਦੀਆਂ ਆ ਪੇ ਸਲਿਪਸ। ਕੀ ਆ ਪੇ ਸਲਿਪ? ਪੇ ਸਲਿਪ ਉਹ ਆ ਜਿੱਥੇ ਤੁਸੀਂ ਕੰਮ ਕਰਦੇ ਪਏ ਆ, ਉਹਨੇ ਤੁਹਾਨੂੰ ਸੈਲਰੀ ਦਿੱਤੀ ਆ, ਉਹ ਮੰਥਲੀ ਤੁਹਾਨੂੰ ਸੈਲਰੀ ਦਿੰਦਾ ਆ, ਤੁਹਾਡਾ ਟੈਕਸ ਪੇ ਕਰ ਰਿਹਾ ਆ, ਉਹਦਾ ਇੱਕ ਪੇਪਰ ਹੁੰਦਾ ਆ, ਹਰੇਕ ਮੰਥ ਮਿਲਦਾ ਆ, ਉਹ ਹੁੰਦੀ ਆ ਪੇ ਸਲਿਪਸ, ਜਿਹੜੀਆਂ ਤੁਹਾਡੇ ਕੋਲ ਹੋਣੀਆਂ ਬਹੁਤ ਜ਼ਰੂਰੀ ਆ। ਬਹੁਤ ਲੋਕ ਕਹਿੰਦੇ ਆ ਫਰਾਡ ਬਣ ਜਾਂਦੀਆਂ, 2 ਨੰਬਰ 'ਚ ਬਣ ਜਾਂਦੀਆਂ, ਇੱਦਾਂ ਦਾ ਕੁਛ ਨਹੀਂ ਆ। ਤੁਸੀਂ ਜਿੰਨੇ ਤੁਸੀਂ ਲੀਗਲੀ ਪੇਪਰ ਬਣਾਓਗੇ ਤੁਹਾਨੂੰ ਉਨਾ ਹੀ ਬੈਨੀਫਿਟ ਹੋਊਗਾ ਇਨ ਫਿਊਚਰ ਦੇ ਵਿੱਚ ਆ ਕੇ। ਸੋ ਪੇ ਸਲਿਪਸ ਆ ਤੁਹਾਨੂੰ ਮਾਲਕ ਦਿੰਦਾ ਆ, ਹਰੇਕ ਮੰਥਲੀ ਜਿਹੜਾ ਟੈਕਸ ਪੇ ਕਰਦਾ ਆ, ਅਤੇ ਨਾਲ ਹੀ ਤੁਹਾਨੂੰ ਸੈਲਰੀ ਦਿੰਦਾ ਆ। ਉਹਦਾ ਪ੍ਰੂਫ ਹੁੰਦਾ ਆ ਕਿ ਤੁਹਾਨੂੰ ਸੈਲਰੀ ਦਿੱਤੀ ਆ, ਇਸ ਮਾਲਕ ਨੇ ਤੁਹਾਨੂੰ ਸੈਲਰੀ ਦਿੱਤੀ ਆ। ਇਹ ਸਾਰੇ ਡਾਕੂਮੈਂਟਸ ਤੋਂ ਬਾਅਦ 'ਚ ਕੀ ਆ, ਤੁਸੀਂ ਆਪਣੀ ਫਾਈਲ ਲੌਕ ਕਰਵਾਉਣੀ ਆ। ਕਿਹਦੇ ਕੋਲ ਕਰਾਉਣੀ ਆ? ਇਮੀਗ੍ਰੇਸ਼ਨ ਐਂਡ ਬਾਰਡਰ ਸਰਵਿਸਿਜ਼ ਦੇ ਕੋਲ। ਔਨਲਾਈਨ ਤੁਸੀਂ ਕਰਵਾ ਸਕਦੇ ਆ, ਜੇ ਤੁਹਾਨੂੰ ਹੈਗਾ ਪਤਾ ਆ, ਨੌਲੇਜ ਆ, ਤੁਸੀਂ ਔਨਲਾਈਨ ਆਪਣੇ ਮੋਬਾਈਲ ਤੋਂ PDF ਫਾਈਲ ਬਣਾਓ। PDF ਫਾਈਲ ਬਣਾ ਕੇ ਤੁਸੀਂ ਕੀ ਆ ਸਬਮਿਟ ਕਰਾ ਸਕਦੇ ਆ। ਜੇ ਨਹੀਂ ਹੈਗੀ, ਤੁਹਾਨੂੰ ਨਹੀਂ ਪਤਾ ਹੈਗਾ, ਕੋਈ ਡਰ ਆ ਕਿ ਨਹੀਂ ਸਾਡੇ ਕੋਲ ਕੁਛ ਗਲਤ ਨਾ ਹੋ ਜਾਵੇ ਜਾਂ ਕਿੱਦਾਂ ਆ, ਉਹਦੇ ਲਈ ਤੁਸੀਂ ਕੀ ਕਰਨਾ ਹੈਗਾ ਆ, ਬਹੁਤ ਸਾਰੀਆਂ ਸ਼ੌਪਸ ਖੁੱਲ੍ਹੀਆਂ ਹੋਈਆਂ ਇੰਡੀਅਨ, ਗੁਜਰਾਤੀ, ਨੇਪਾਲੀ ਸਾਰਿਆਂ ਨੇ ਖੋਲ੍ਹੀਆਂ ਹੋਈਆਂ ਆ ਨੋਰਮਲ। ਉੱਥੇ ਜਾਵੋ, ਉਹਨਾਂ ਨੂੰ ਸਾਰੇ ਆਪਣੇ ਡਾਕੂਮੈਂਟਸ ਦਵੋ, ਉਹਨਾਂ ਨੇ ਡਾਕੂਮੈਂਟਸ ਤੁਹਾਡੇ ਸਕੈਨ ਕਰਕੇ ਅਤੇ ਉਹ ਜਿਹੜੀ ਆ ਫਾਈਲ ਲੌਕ ਕਰ ਦੇਣੀ ਆ। ਆਈ ਥਿੰਕ ਸੋ 10-20 ਯੂਰੋ ਲੈਂਦੇ ਆ, ਜ਼ਿਆਦਾ ਨਹੀਂ ਹੈਗੇ। ਉਹ ਕਰਾ ਕੇ ਤੁਹਾਡੀ ਫਾਈਲ ਲੌਕ ਆ, ਉਹ ਜਿਹੜੀ ਤੁਹਾਡੀ ਫਾਈਲ ਆ, ਸਾਰੇ ਪੇਪਰ ਆ, ਡਾਕੂਮੈਂਟਸ ਆ, ਉਹ ਸਾਰੇ ਸੈਫ ਦੇ ਕੋਲ ਚਲ ਜਾਣੇ ਆ। ਇੱਕ ਗੱਲ ਹੋਰ, ਜੇ ਤੁਹਾਡੀ PCC ਨਹੀਂ ਤੁਹਾਨੂੰ ਮਿਲਦੀ ਹੈਗੀ, ਤੁਹਾਡੀ PCC ਦਾ ਹੈਗਾ ਆ ਫਾਲਤਾ ਆ, ਅਤੇ ਉਹਦੇ ਲਈ ਕੀ ਆ, ਤੁਸੀਂ ਜਦੋਂ ਤੁਹਾਡੇ ਫਿੰਗਰ ਆ, ਜੇ ਤੁਸੀਂ ਇੰਡੀਆ ਤੋਂ ਮੰਗਵਾਈ ਆ, ਕਈ ਵੇਲੇ ਲੇਟ ਹੋ ਜਾਂਦੀ ਆ ਇੰਡੀਆ ਦੇ ਕੰਮਾਂ 'ਚ, ਅਤੇ ਤੁਸੀਂ ਕੀ ਆ ਉਹ PCC ਤੁਹਾਨੂੰ ਬਾਅਦ ਵਿੱਚ ਮਿਲਦੀ ਆ, ਤੁਸੀਂ ਫਾਈਲ ਲੌਕ ਪਹਿਲਾਂ ਕਰਵਾ ਸਕਦੇ ਆ। ਫਾਈਲ ਲੌਕ ਕਰਵਾ ਦਿਓ, PCC ਉਦੋਂ ਦੇ ਦਿਓ ਉਹਨਾਂ ਨੂੰ ਜਦੋਂ ਤੁਸੀਂ ਆਪਣੀ ਫਿੰਗਰ ਕਰਾਉਣ ਜਾਣੇ ਆ। ਤੁਸੀਂ ਸੈਫ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਹੋਣਾ ਆ, ਉਦੋਂ ਤੁਸੀਂ ਉਹਨਾਂ ਨੂੰ ਜਿਹੜੇ ਆਪਣੇ PCC ਦੇ ਸਕਦੇ ਆ। ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਤੁਹਾਨੂੰ ਪੈਸੇ ਨਹੀਂ ਪੈਣੇ ਹੈਗੇ, ਕੁਛ ਨਹੀਂ ਪੈਣਾ ਹੈਗਾ, ਉਹ ਤੁਸੀਂ ਉਹਨਾਂ ਨੂੰ ਉਸ ਵੇਲੇ ਸਬਮਿਟ ਕਰਵਾ ਸਕਦੇ ਆ, ਕੋਈ ਪ੍ਰੋਬਲਮ ਨਹੀਂ ਹੈਗੀ ਇਸ ਤਰ੍ਹਾਂ ਦੀ। ਹੁਣ ਆਪਾਂ ਗੱਲ ਕਰੀਏ ਫੀਸ ਹੁੰਦੀ ਆ 300 ਤੋਂ 500 ਯੂਰੋ ਪਰ ਪਰਸਨ। ਉਹ ਕਦੋਂ ਦੇਣੀ ਆ? ਜਿੱਦਣ ਤੁਹਾਨੂੰ ਉਹਨਾਂ ਨੇ ਫਿੰਗਰਾਂ ਦੀ ਡੇਟ ਦੇਣੀ ਆ। ਫਿੰਗਰ ਤੁਸੀਂ ਕਰਾਉਣ ਜਾਣਾ ਆ, ਡੇਟ ਨਹੀਂ, ਜਿੱਦਣ ਤੁਸੀਂ ਕਰਵਾਉਣ ਜਾਣਾ, ਤੁਸੀਂ ਸੈਫ ਦੇ ਵਿੱਚ ਪੇਸ਼ ਹੋਣਾ ਹੈ। ਕੀ ਹੈਗਾ ਆ, ਜਦੋਂ ਤੁਸੀਂ ਇਹ ਸਾਰੇ ਡਾਕੂਮੈਂਟ ਕਰ ਦਿੰਦੇ ਆ ਸਾਰਾ ਕੁਝ, ਇਸ ਪ੍ਰੋਸੀਜਰ ਨੂੰ ਟਾਈਮ ਲੱਗਦਾ ਆ ਲੈਸ ਦੈਨ 2 ਇਅਰਸ ਦੇ ਵਿੱਚ। ਹੁਣ ਦੇ ਟਾਈਮ ਦੇ ਵਿੱਚ ਤੁਸੀਂ ਪੁਰਤਗਾਲ ਦੇ ਵਿੱਚ ਪੇਪਰ ਲੈ ਸਕਦੇ ਆ। ਕਈਆਂ ਨੇ ਲੱਕ ਆ, ਕਈਆਂ ਨੇ 6 ਮੰਥ ਦੇ ਵਿੱਚ ਵੀ ਆ ਜਿਹੜੇ ਪੁਰਤਗਾਲ ਦੇ ਵਿੱਚ ਪੇਪਰ ਲਏ ਹੋਏ ਆ। ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ, ਜੇ ਤੁਸੀਂ ਲੀਗਲੀ ਕੰਮ ਕਰੋ। ਕੁਛ ਵੀ ਦੂਜਾ ਕੰਮ ਨਾ ਕਰੋ ਕਿ ਅਸੀਂ ਵੀ ਫਲਾਨਾ ਬੰਦਾ ਕਹਿੰਦਾ ਆ ਕਿ ਉੱਥੋਂ ਡਾਕੂਮੈਂਟ, ਉਹ ਫਲਾਨਾ ਪੇਪਰ ਮਿਲ ਜਾਂਦਾ ਆ, ਪੈਸੇ ਦੇ ਦਿਓ ਤੁਹਾਡੇ ਡਾਕੂਮੈਂਟਸ, ਕੁਛ ਨਹੀਂ ਹੁੰਦਾ। ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਕਿ ਪੁਰਤਗਾਲ ਦੇ ਵਿੱਚ ਕਿਹੜੇ ਡਾਕੂਮੈਂਟਸ ਦੇ ਉੱਤੇ ਜਿਹੜਾ ਆ ਫਰਾਡ ਹੁੰਦਾ ਆ। ਜੇ ਆਪਾਂ ਗੱਲ ਕਰੀਏ ਕਿ ਸੈਫ ਨੇ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਕਿ ਤੁਹਾਡੀ ਫਿੰਗਰਾਂ ਦੀ ਡੇਟ ਆ। ਪਹਿਲਾਂ ਕੀ ਸੀਗਾ, ਪਹਿਲਾਂ ਔਨਲਾਈਨ ਚੁੱਕਦੇ ਸੀਗੇ ਸਾਰੀ ਡੇਟ,
ਕਰ ਦਿੱਤੇ, ਆਪਣੇ ਪੇਪਰ ਲੌਕ ਕਰ ਦਿੱਤੇ ਆ। ਸੈਫ ਤੁਹਾਨੂੰ ਈਮੇਲ ਕਰ ਦਿੰਦੀ ਸੀਗੀ। ਈਮੇਲ ਕਰਨ ਤੋਂ ਬਾਅਦ 'ਚ ਤੁਹਾਨੂੰ ਵੇਟ ਕਰਨੀ ਪੈਂਦੀ ਸੀਗੀ ਕਿ ਸੈਫ ਔਨਲਾਈਨ ਕਦੋਂ ਓਪਨ ਆ। ਜਦੋਂ ਸੈਫ ਔਨਲਾਈਨ ਓਪਨ ਹੋ ਜਾਂਦੀ ਸੀ ਉਦੋਂ ਤੁਹਾਨੂੰ ਤਰੀਕ ਚੁੱਕਣੀ ਪੈਂਦੀ ਸੀ, ਕਈ ਚੁੱਕ ਹੋ ਜਾਂਦੀ ਸੀ, ਕਈ ਵੇਲੇ ਨਹੀਂ। ਹੁਣ ਕੀ ਆ, ਹੁਣ ਬਹੁਤ ਈਜ਼ੀ ਕਰ ਦਿੱਤਾ ਆ ਗੌਰਮੈਂਟ ਨੇ। ਕੀ ਕਰ ਦਿੱਤਾ ਆ ਕਿ ਤੁਸੀਂ ਮੇਲ ਉਹਨਾਂ ਨੂੰ ਆਪਣੇ ਸਾਰੇ ਡਾਕੂਮੈਂਟਸ ਕਰ ਦਿੱਤੇ ਹੈਗੇ ਆ, ਅਤੇ ਉਸ ਤੋਂ ਬਾਅਦ 'ਚ ਉਹਨਾਂ ਨੇ ਤੁਹਾਨੂੰ ਮੇਲ ਕਰਨੀ ਆ। ਈਮੇਲ ਦੇ ਨਾਲ ਹੀ ਤੁਹਾਡੀ ਜਿਹੜੀ ਆ ਫਿੰਗਰਾਂ ਦੀ ਡੇਟ ਉਹਨਾਂ ਨੇ ਦੇ ਦੇਣੀ ਆ। ਜੇ ਉਹ ਫਿੰਗਰਾਂ ਦੀ ਡੇਟ ਇੱਦਾਂ ਨਹੀਂ ਦਿੰਦੇ ਹੈਗੇ ਤਾਂ ਉਹ ਤੁਹਾਨੂੰ ਕਾਲ ਕਰਨਗੇ, ਫੋਨ ਕਰਨਗੇ ਕਿ ਇੰਨੀ ਤਰੀਕ ਨੂੰ ਇਸ ਮਹੀਨੇ ਤੁਹਾਡੀ ਫਿੰਗਰ, ਤੁਸੀਂ ਇਸ ਸੈਫ ਦੇ ਵਿੱਚ ਜਾਣਾ ਆ। ਬਹੁਤ ਈਜ਼ੀ ਕਰ ਦਿੱਤਾ ਹੋਇਆ ਆ, ਬਹੁਤ ਜ਼ਿਆਦਾ। ਸੋ ਜੇ ਕੋਈ ਆਉਣਾ ਚਾਹੁੰਦਾ ਆ ਇੱਥੇ ਪੁਰਤਗਾਲ ਦੇ ਵਿੱਚ ਤੇ ਆ ਸਕਦਾ ਆ, ਕਿਉਂਕਿ ਇੱਥੇ ਡਾਕੂਮੈਂਟੇਸ਼ਨ ਆ ਜਿਹੜੀ ਬਹੁਤ ਈਜ਼ੀਲੀ ਹੋ ਗਈ ਆ। ਇੱਕ ਗੱਲ ਹੋਰ, ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਆ ਇੱਥੇ ਪੁਰਤਗਾਲ ਦੇ ਵਿੱਚ, ਜਿੱਦਾਂ ਇੰਡੀਆ ਤੋਂ ਕੋਈ ਆਉਂਦਾ ਆ ਨਵਾਂ, ਉਹਨੂੰ ਰਹਿਣ ਦੀ ਪ੍ਰੋਬਲਮ ਆ, ਉਹਦੇ ਕੋਲ ਘਰ ਨਹੀਂ ਹੈਗਾ, ਕੁਛ ਨਹੀਂ ਹੈਗਾ, ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਆ। ਅਸੀਂ ਫ੍ਰੀ ਆਫ ਕੋਸਟ ਉਹਦਾ ਜਿਹੜਾ ਆ ਘਰ ਲੱਭ ਕੇ ਦੇਵਾਂਗੇ। ਕਿਸੇ ਵੀ ਤਰ੍ਹਾਂ ਦੀ ਕੋਈ ਡਾਕੂਮੈਂਟੇਸ਼ਨ ਵਿੱਚ ਪ੍ਰੋਬਲਮ ਆ ਅਤੇ ਉਹ ਵੀ ਤੁਸੀਂ ਸਾਡੇ ਨਾਲ ਕਰ ਸਕਦੇ ਆ। ਤੁਸੀਂ ਮੈਸੇਜ ਕਰ ਸਕਦੇ ਆ YouTube 'ਤੇ, ਅਸੀਂ ਹੈਲਪ ਜ਼ਰੂਰ ਕਰਾਂਗੇ। ਸੋ ਫ੍ਰੀ ਆਫ ਕੋਸਟ ਕਰਾਂਗੇ, ਕੋਈ ਫੀਸ ਨਹੀਂ, ਕੁਛ ਨਹੀਂ ਹੈਗਾ, ਫ੍ਰੀ ਆਫ ਕੋਸਟ ਕਰਾਂਗੇ। ਸੋ ਥੈਂਕ ਯੂ ਜੀ। ਬਸ ਅੱਜ ਦੇ ਲਈ ਇੰਨਾ ਹੀ। ਜਿਹੜੇ ਫਰੋਡ ਹੁੰਦੇ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਥੈਂਕ ਯੂ ਜੀ, ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਪੰਜਾਬ ਟੂ ਪੋਰਟੁਗਲ। ਸੋ ਥੈਂਕ ਯੂ ਸੋ ਮਚ, ਬਾਏ ਬਾਏ।